ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਅਸੀਂ ਇਹਨਾਂ ਅੱਖਰਾਂ ਨੂੰ ਕੇਵਲ ਪੰਜਾਬੀ ਜਾਣ ਕੇ ਹੀ ਪੜ੍ਹਦੇ ਹਾਂ, ਹਨਾ। ਪਰ ਜਿਹੜੇ ਇਹ ਅੱਖਰ ਨੇ ਇਹ ਗੁਰਮੁਖੀ ਅੱਖਰ ਨੇ। ਗੁਰਮੁਖੀ ਅੱਖਰ ਜੇਕਰ ਅਸੀਂ ਇਹਨਾਂ ਅੱਖਰਾਂ ਦੀ ਹੀ ਪਛਾਣ ਕਰ ਲਈਏ ਤਾਂ ਇਹ ਅੱਖਰ ਸਾਨੂੰ ਪਰਮਾਤਮਾ ਦਾ ਗਿਆਨ ਕਰਾਉਂਦੇ ਨੇ, ਪਰਮਾਤਮਾ ਦੇ ਨਾਲ ਮਿਲਾਪ ਕਰਾਉਂਦੇ ਨੇ। ਪਰ ਆਮ ਤੌਰ 'ਤੇ ਸੰਸਾਰ ਇਸ ਨੂੰ ਕੇਵਲ ਪੰਜਾਬੀ ਦੇ ਅਕਸ਼ਰ ਜਾਣ ਕੇ ਹੀ ਪੜ੍ਹਦਾ ਹੈ, ਭਾਵੇਂ ਪੰਜਾਬੀ ਹੋਵੇ, ਭਾਵੇਂ ਇੰਗਲਿਸ਼ ਹੋਵੇ, ਭਾਵੇਂ ਹਿੰਦੀ ਹੋਵੇ, ਹੈ ਨਾ। ਜੇ ਉਹਨਾਂ ਅੱਖਰਾਂ ਨੂੰ ਅਸੀਂ ਸੰਸਾਰਿਕ ਭਾਸ਼ਾ ਦੇ ਵਿੱਚ ਪੜ੍ਹਦੇ ਹਾਂ ਤਾਂ ਉਹ ਸਾਨੂੰ ਸੰਸਾਰਿਕ ਗਿਆਨ ਕਰਾਉਂਦੇ ਨੇ। ਪਰ ਜੇਕਰ ਅਸੀਂ ਉਹਨਾਂ ਅੱਖਰਾਂ ਦੇ ਮਹੱਤਵ ਨੂੰ ਸਮਝਾਂਗੇ, ਉਹਨਾਂ ਦੇ ਵਿੱਚ ਦਿੱਤੇ ਹੋਏ ਇਸ਼ਾਰਿਆਂ ਨੂੰ ਸਮਝਾਂਗੇ ਤੇ ਇਹੀ ਅੱਖਰ ਸਾਨੂੰ ਪਰਮਾਤਮਾ ਦੇ ਵੱਲ ਲੈ ਕੇ ਜਾਂਦੇ ਨੇ ਤੇ ਪਰਮਾਤਮਾ ਦੇ ਨਾਲ ਮਿਲਾਪ ਵੀ ਕਰਵਾਉਂਦੇ ਨੇ। ਪਰ ਇਹਨਾਂ ਅੱਖਰਾਂ ਨੂੰ ਅਸੀਂ ਆਪ ਆਪਣੀ ਸੰਸਾਰਿਕ ਮੱਤ ਦੁਆਰਾ, ਵਿਆਕਰਣ ਦੁਆਰਾ, ਗ੍ਰਾਮੈਟੀਕਲ ਵੇ ਵਿੱਚ ਨਹੀਂ ਸਮਝ ਸਕਦੇ। ਇਹ ਅੱਖਰ ਤਾਂ ਹੀ ਸਮਝ ਆਉਂਦੇ ਨੇ ਜਦੋਂ ਅਸੀਂ ਗੁਰਮੁਖਾਂ ਦਾ ਸੰਗ ਕਰਦੇ ਹਾਂ। ਆਓ ਅੱਜ ਅਸੀਂ ਇਹਨਾਂ ਦੋਨਾਂ ਅੱਖਰਾਂ ਨੂੰ ਵਿਚਾਰਦੇ ਹਾਂ ਜੋ ਅਸੀਂ ਆਮ ਤੌਰ 'ਤੇ ਗੁਰਬਾਣੀ ਦੇ ਵਿੱਚ ਪੜ੍ਹਦੇ ਜਾਂ ਦੇਖਦੇ ਹਾਂ ਕਿ ਇਹ ਅੱਖਰ ਕੀ ਹਨ, ਹਨਾ। ਹੈ ਤੇ ਦੋਨੋਂ ਊੜਾ, ਪਰ ਇਹਨਾਂ ਦੇ ਵਿੱਚ ਕੀ ਫਰਕ ਹੈ, ਆਓ ਅੱਜ ਆਪਾਂ ਸਮਝੀਏ। ਇਹ ਦੇਖੋ, ਇਹ ਹੈਗਾ ਊੜਾ, ਹਨਾ। ਇਹਦੇ ਵਿੱਚ ਜੇਕਰ ਆਪਾਂ ਧਿਆਨ ਨਾਲ ਦੇਖੀਏ ਤੇ ਇਹ 3 ਗੁਣ ਦਰਸਾਉਂਦਾ ਹੈ, ਸਤੋ ਗੁਣ, ਰਜੋ ਗੁਣ, ਤਮੋ ਗੁਣ। ਇਹ 3 ਗੁਣ ਨੇ, ਹਨਾ। ਤੇ ਇਹ ਉੱਪਰ ਜਿਹੜਾ ਆ ਕੇ ਲਾਈਨ ਆ ਕੇ ਇਸ ਨੂੰ ਬੰਦ ਕਰਦੀ ਹੈ, ਇਹ ਹੈਗਾ ਚੌਥਾ ਪਦ। ਤੇ ਆਮ ਤੌਰ 'ਤੇ ਜੇਕਰ ਅਸੀਂ ਇਸ ਨੂੰ ਦੇਖਦੇ ਹਾਂ ਤੇ ਸਿੰਪਲੀ ਊੜੇ ਦੇ ਫਾਰਮ ਦੇ ਵਿੱਚ ਅਸੀਂ ਇਸ ਨੂੰ ਪੜ੍ਹਦੇ ਹਾਂ। ਪਰ ਜੇਕਰ ਅਸੀਂ ਹੋਰ ਧਿਆਨ ਨਾਲ ਇਸ ਨੂੰ ਦੇਖੀਏ ਤਾਂ ਇਹ ਕੀ ਦਿਖਾ ਰਿਹਾ ਹੈ ਕਿ ਇਹ ਚੌਥਾ ਪਦ ਹੈ ਜੋ ਕਿ ਬੰਦ ਹੈ। ਆਓ ਇਸ ਨੂੰ ਅਸੀਂ ਹੋਰ ਖੋਲ ਕੇ ਥੋੜ੍ਹਾ ਜਿਹਾ ਸਮਝਦੇ ਹਾਂ। ਇਹ ਹੈਗਾ ਮੁੱਖ, ਸਾਡਾ ਮੁੱਖ, ਅੱਖਾਂ, ਨੱਕ, ਮੂੰਹ ਤੇ ਇਸ ਤੋਂ ਨੀਚੇ ਸਾਡਾ ਜਿਹੜਾ ਹੈ ਸਰੀਰ ਸ਼ੁਰੂ ਹੋ ਜਾਂਦਾ ਹੈ। ਤੇ ਇਹ ਪਰਮਾਤਮਾ ਨੇ ਕਿਹੋ ਜਿਹਾ ਖੇਲ ਬਣਾਇਆ ਹੈ। ਇੱਧਰੋਂ ਸਾਡਾ ਊੜਾ ਸਟਾਰਟ ਹੁੰਦਾ ਹੈ, ਪਵਨ, ਪਾਣੀ, ਅਗਨੀ, ਤੇ ਇਹ ਤਿੰਨਾਂ ਦਾ ਖੇਲ ਜਿਹੜਾ ਹੈ ਚੱਲਦਾ ਹੈ, ਕਿਉਂਕਿ ਇਹਨਾਂ ਤਿੰਨਾਂ ਦੇ ਨਾਲ ਹੀ ਸਾਡਾ ਸਰੀਰ ਚੱਲ ਰਿਹਾ ਹੈ। ਤੇ ਗੁਰਬਾਣੀ ਗੁਰੂ ਸਾਨੂੰ ਸਮਝਾਉਣਾ ਵੀ ਕਰਦੇ ਨੇ, ਕਹਿੰਦੇ ਨੇ ਪਵਨ, ਪਾਣੀ, ਅਗਨੀ ਬਿਸਰਾਓ, ਤਹੀਂ ਨਿਰੰਜਨ ਸਾਚੋ ਨਾਉ। ਜਦੋਂ ਤੱਕ ਅਸੀਂ ਇਹਨਾਂ ਤਿੰਨਾਂ ਦੇ ਖੇਡ ਤੋਂ ਆਜ਼ਾਦ ਨਹੀਂ ਹੋਵਾਂਗੇ, ਇਹਨਾਂ ਤਿੰਨਾਂ ਨੂੰ ਨਹੀਂ ਸਮਝਾਂਗੇ, ਉਦੋਂ ਤੱਕ ਅਸੀਂ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ, ਹਨਾ। ਜਿਵੇਂ ਕਿ ਅਸੀਂ ਆਮ ਤੌਰ 'ਤੇ ਸੁਣਦੇ ਹਾਂ, ਪੜ੍ਹਦੇ ਹਾਂ, ਹਨਾ, ਕਿ ਨਾਮ ਕੀ ਹੈ। ਅਸੀਂ ਅੱਖਰਾਂ ਦੇ ਵਿੱਚ ਨਾਮ ਨੂੰ ਲੱਭਦੇ ਹਾਂ, ਪਰ ਜਿਸ ਨਾਮ ਦੀ ਗੱਲ ਗੁਰਬਾਣੀ ਕਰਦੀ ਹੈ ਉਹ ਅੱਖਰਾਂ ਦੇ ਵਿੱਚ ਨਹੀਂ ਹੈ। ਉਹ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਸਾਡਾ ਇਹ ਬੰਦ ਹੋਇਆ ਰਸਤਾ ਜਿਹੜਾ ਹੈ, ਚੌਥਾ ਪਦ ਜਿਸ ਨੂੰ ਅਸੀਂ ਸਮਝਿਆ ਸੀਗਾ, ਇਹ ਸਾਡਾ ਖੁੱਲ੍ਹ ਜਾਂਦਾ ਹੈ। ਜਦੋਂ ਇਹ ਰਸਤਾ ਸਾਡਾ ਖੁੱਲ੍ਹਦਾ ਹੈ ਫਿਰ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਣਾ ਵੀ ਕਰਦੇ ਨੇ, ਕਹਿੰਦੇ ਨੇ ਅਗਨ ਬਿੰਬ ਪਵਣੈ ਕੀ ਬਾਣੀ, ਤੀਨ ਨਾਮ ਕੇ ਦਾਸਾ। ਜੇਕਰ ਅਸੀਂ ਮੁਖ ਤੋਂ ਬੋਲ ਕੇ ਕਿਸੇ ਵੀ ਸ਼ਬਦ ਦਾ ਬਾਰ-ਬਾਰ ਰਟਨ ਕਰਦੇ ਹਾਂ, ਹਨਾ, ਕਿਸੇ ਸ਼ਬਦ ਨੂੰ ਜੇਕਰ ਅਸੀਂ ਸਵਾਸਾਂ ਦੇ ਨਾਲ ਖਿੱਚਦੇ ਤਾਂ ਛੱਡਦੇ ਹਾਂ, ਤੇ ਉਹ ਸਭ ਕੀ ਹੈ ਗੁਰਬਾਣੀ ਗੁਰੂ ਸਮਝਾਉਂਦੇ ਨੇ। ਜੇਕਰ ਅਸੀਂ ਸਰੀਰਾਂ ਨਾਲ ਵੀ ਅਸੀਂ ਕੋਈ ਕਿਰਿਆ ਕਰਦੇ ਹਾਂ ਤੇ ਇਹ 3 ਕੀ ਨੇ, ਕਹਿੰਦੇ ਅਗਨ ਬਿੰਬ ਪਵਣੈ ਕੀ ਬਾਣੀ, ਤੀਨੈ ਨਾਮ ਕੇ ਦਾਸਾ, 3 ਨਾਮ ਕੇ ਦਾਸਾ। ਇਹ ਤਿੰਨੋਂ ਤਾਂ ਨਾਮ ਦੇ ਦਾਸ ਹਨ। ਅਸੀਂ ਕੇਵਲ ਦਾਸ ਨੂੰ ਸਿਮਰਦੇ ਹਾਂ, ਅਸੀਂ ਨਾਮ ਨੂੰ ਤਾਂ ਸਿਮਰਦੇ ਨਹੀਂ। ਤੇ ਹੁਣ ਆਪਾਂ ਜਾਣੀਏ ਕਿ ਜਿਹੜਾ ਇਹ ਪਦ ਹੈ, ਜਿਹੜਾ ਰਸਤਾ ਸਾਡਾ ਹੈ, ਇਹ ਚੌਥਾ ਪਦ ਜਿਹੜਾ ਸੰਸਾਰ ਦੇ ਵਿੱਚ ਆਉਂਦੇ ਹੀ ਸਾਡਾ ਬੰਦ ਹੋਇਆ ਪਿਆ ਹੈ, ਇਹ ਰਸਤਾ ਇਹ ਕਿਵੇਂ ਖੁੱਲ੍ਹੇਗਾ, ਹਨਾ। ਇਸ ਦੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਤੇ ਇਸ ਨੂੰ ਗੁਰਬਾਣੀ ਗੁਰੂ ਸਾਹਿਬ ਜੀ ਕੀ ਕਰਕੇ ਗੁਰਬਾਣੀ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ।
ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ, ਹਾਉ ਹਾਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾਂਬੀ ਰੀ ਕੇ ਪਾਤ ਪਰਦੋ, ਬਿਨ ਭੇਖੇ ਦੂਰ ਆਇਓ। ਇਹ ਹੈਗਾ ਹੈ ਹਉਮੈ ਦਾ ਪਰਦਾ। ਅਸੀਂ ਪੜ੍ਹਦੇ ਵੀ ਹਾਂ ਕਿ ਹਉਮੈ, ਜਦੋਂ ਤੱਕ ਹਉਮੈ ਹੈ ਉਦੋਂ ਤੱਕ ਅਸੀਂ ਨਾਮ ਨੂੰ ਨਹੀਂ ਬੁੱਝ ਸਕਦੇ, ਕਿਉਂਕਿ ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ, ਹਉਮੈ ਨਾਮੇ ਨਾਲ ਵਿਰੋਧ ਹੈ। ਦੋਏ ਨਾ ਬਸੈ ਇੱਕ ਠਾਏ, ਦੋਨੋਂ ਇੱਕੋ ਜਗ੍ਹਾ ਨਹੀਂ ਬਸ ਸਕਦੇ। ਜਦੋਂ ਤੱਕ ਸਾਡੀ ਹਉਮੈ ਖਤਮ ਨਹੀਂ ਹੋਏਗੀ, ਅਤੇ ਅਸੀਂ ਆਮ ਤੌਰ 'ਤੇ ਸਰੀਰ ਨੂੰ ਹੀ ਹਉਮੈ ਸਮਝਦੇ ਹਾਂ, ਅਤੇ ਸਰੀਰ ਕਰਕੇ ਕੀ ਕਰਦੇ ਹਾਂ, ਅਸੀਂ ਸਾਦਾ ਪਹਿਨਦੇ ਹਾਂ, ਹੈ ਨਾ। ਸਰੀਰ ਕਰਕੇ ਅਸੀਂ ਝੁਕਦੇ ਵੀ ਹਾਂ, ਸਰੀਰ ਕਰਕੇ ਇਸ ਮੁੱਖੋਂ ਅਸੀਂ ਮਿੱਠਾ ਮਿੱਠਾ ਬੋਲਦੇ ਵੀ ਹਾਂ। ਅਸੀਂ ਕਿਸੇ ਨਾਲ ਸਾਡੀ ਵਿਚਾਰ ਜਾਂ ਗੱਲਬਾਤ ਹੁੰਦੀ ਹੈ ਅਤੇ ਅਸੀਂ ਕਹਿੰਦੇ ਕਿ ਭਾਈ ਸਾਹਿਬ ਸਾਨੂੰ ਤਾਂ ਗਿਆਨ ਹੀ ਨਹੀਂ ਹੈ, ਸਾਨੂੰ ਤਾਂ ਮੱਤ ਹੀ ਨਹੀਂ ਹੈ। ਲੇਕਿਨ ਇਤਨਾ ਕਹਿਣ ਦੇ ਨਾਲ ਵੀ ਇਹ ਜਿਹੜਾ ਪਰਦਾ ਹੈ ਇਹ ਮਿਟਦਾ ਨਹੀਂ ਹੈ, ਇਹ ਦੂਰ ਨਹੀਂ ਹੁੰਦਾ। ਕਿਉਂ? ਕਿਉਂਕਿ ਗੁਰਬਾਣੀ ਗੁਰੂ ਸਮਝਾਉਂਦੇ ਨੇ ਜਿਹੜੀ ਹਉਮੈ ਹੈ ਉਹ ਸਰੀਰ ਦੀ ਨਹੀਂ ਹੈ। ਨਿਮਖ ਨਿਮਖ ਜੇ ਸਰੀਰ ਕਟਾਵੈ, ਤਾਂ ਵੀ ਹਉਮੈ ਮੈਲ ਨਾ ਜਾਵੈ। ਅਤੇ ਹਉਮੈ ਕੀ ਹੈ? ਹਉਮੈ ਇਹ ਪਰਦਾ ਜਿਹੜਾ ਸਾਡੀ ਅੱਖਾਂ ਦੇ ਮੂਹਰੇ ਆ ਗਿਆ। ਇਸ ਕਰਕੇ ਅਸੀਂ ਇਹ ਸੰਸਾਰ ਦੇ ਵਿੱਚ, ਇਸ ਪਰਦਾ ਹੋਣ ਕਰਕੇ ਅਸੀਂ ਸੰਸਾਰ ਨੂੰ ਤਾਂ ਦੇਖ ਰਹੇ ਹਾਂ, ਲੇਕਿਨ ਉਸ ਨਿਰੰਕਾਰ ਨੂੰ ਕਿਉਂ ਨਹੀਂ ਦੇਖ ਰਹੇ? ਕਿਉਂਕਿ ਨਿਰੰਕਾਰ ਤੇ ਸਾਡੇ ਵਿੱਚ ਇਹ ਹਉਮੈ ਦਾ ਪਰਦਾ ਹੈ। ਔਰ ਪਰਦਾ ਕਿੰਨਾ ਪਤਲਾ ਹੈ? ਕਹਿੰਦੇ ਭਾਂਬੀ ਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਭਾਂਬੀ ਰੀ ਅਸੀਂ ਦੇਖਦੇ ਹਾਂ ਅਕਸਰ ਹੀ ਕਿ ਇੱਕ ਕੀੜਾ ਹੈਲੀਕਾਪਟਰ ਜਿਹਾ, ਹੈ ਨਾ, ਜਿਹੜਾ ਉੱਡਦਾ ਹੈ ਬਾਰਿਸ਼ਾਂ ਦੇ ਵਿੱਚ, ਉਹਦੇ ਜਿਹੜੇ ਪੰਖ ਹੁੰਦੇ ਆ, ਪਰ ਹੁੰਦੇ ਆ, ਉਹ ਕੀ ਹੁੰਦੇ ਆ? ਟਰਾਂਸਪੇਰੈਂਟ ਤੇ ਹੁੰਦੇ ਆ, ਪਰ ਧੁੰਦਲੇ ਜਿਹੇ ਹੁੰਦੇ ਆ, ਜਿਹਦੇ ਆਰ ਪਾਰ ਨਹੀਂ ਦੇਖਿਆ ਜਾ ਸਕਦਾ। ਅਤੇ ਗੁਰੂ ਸਾਹਿਬ ਸਮਝਾ ਰਹੇ ਸਾਡੇ ਅੱਖਾਂ ਦੇ ਮੂਹਰੇ ਇਹ ਪਤਲਾ ਜਿਹਾ ਪਰਦਾ ਹੈ, ਹਉਮੈ ਦਾ ਸੂਖਮ ਜਿਹਾ ਪਰਦਾ ਹੈ, ਜਿਸ ਕਰਕੇ ਅਸੀਂ ਸਾਹਮਣੇ ਵਸਦੇ ਨਿਰੰਕਾਰ ਨੂੰ ਨਹੀਂ ਦੇਖ ਪਾ ਰਹੇ। ਅਤੇ ਦੂਸਰਾ ਊੜਾ ਜਿਹੜਾ ਅਸੀਂ ਦੇਖਦੇ ਹਾਂ ਗੁਰਬਾਣੀ ਗੁਰੂ ਦੇ ਵਿੱਚ ਆਉਂਦਾ ਹੈ ਨਾ, ਜਦੋਂ ਅਸੀਂ ਪੜ੍ਹਦੇ ਹਾਂ, ਉਹ ਇਹ ਕੀ ਹੈ? ਇਹ ਗੁਰਮੁਖ ਨੇ, ਇਹ ਮਨਮੁਖ ਜੀਵ ਦੀ ਹਾਲਤ ਹੈ। ਕਿਉਂ? ਕਿਉਂਕਿ ਉਹਨਾਂ ਦਾ ਪਰਦਾ ਬੰਦ ਹੈ, ਅੱਖਾਂ ਦੇ ਮੂਹਰੇ ਪਰਦਾ ਆਇਆ ਹੈ, ਸਾਰੀ ਕਿਰਿਆ ਇੱਥੋਂ ਹੋ ਰਹੀ ਹੈ, ਲੇਕਿਨ ਇੱਥੋਂ ਨਿਰੰਕਾਰ ਨੂੰ ਨਹੀਂ ਦੇਖ ਪਾ ਰਹੇ। ਕਿਉਂ? ਕਿਉਂਕਿ ਹਉਮੈ ਦਾ ਪਰਦਾ ਹੈ। ਲੇਕਿਨ ਗੁਰਮੁਖ ਜਿਹੜੇ ਨੇ ਉਹਨਾਂ ਦਾ ਹਉਮੈ ਦਾ ਪਰਦਾ ਖੁੱਲ੍ਹਿਆ ਹੁੰਦਾ ਹੈ। ਇਸ ਕਰਕੇ ਪਰਮਾਤਮਾ ਸਦਾ ਉਹਨਾਂ ਦੇ ਸਨਮੁਖ ਰਹਿੰਦਾ ਹੈ। ਉਹ ਪਰਮਾਤਮਾ ਨੂੰ, ਅਦ੍ਰਿਸ਼ਟ ਪਰਮਾਤਮਾ ਨੂੰ ਦੇਖ ਸਕਦੇ ਨੇ, ਉਸਦੇ ਰੂਪ ਦੀ ਪਹਿਚਾਣ ਕਰ ਸਕਦੇ ਨੇ, ਜਿਹੜਾ ਕਿ ਨਿਰਾਕਾਰ ਹੈ, ਜਿਹੜਾ ਕਿ ਨਿਰੰਜਨ ਹੈ। ਅਤੇ ਅਸੀਂ ਪੜ੍ਹਦੇ ਵੀ ਹਾਂ ਗੁਰਬਾਣੀ ਦੇ ਵਿੱਚ, ਕਰ ਕਿਰਪਾ ਜਿਸ ਆਪਨੇ ਨਾਮ ਲਾਏ। ਜਦੋਂ ਮਾਲਿਕ ਕਿਸੀ ਗੁਰਮੁਖ ਤੇ, ਕਿਸੀ ਜਨ ਤੇ ਕਿਰਪਾ ਕਰਦਾ ਹੈ, ਉਸਨੂੰ ਆਪ ਗੁਰਮੁਖ ਸਾਜਦਾ ਹੈ। ਜਿਸੈ ਨਿਵਾਜੈ ਗੁਰਮੁਖ ਸਾਜੈ। ਫਿਰ ਪਰਮਾਤਮਾ ਆਪਣੇ ਬਣਾਏ ਜੀਵਾਂ ਦੇ ਵਿੱਚੋਂ ਕਿਸੇ ਇੱਕ ਜੀਵ ਨੂੰ ਚੁਣਦਾ ਹੈ, ਉਸ ਦਾ ਇਹ ਹਉਮੈ ਦਾ ਪਰਦਾ, ਇਹ ਜਿਹੜਾ ਪਰਦਾ ਹੈ ਇਹ ਉਹ ਕੱਟ ਦਿੰਦਾ ਹੈ। ਇਹ ਪਰਦਾ ਕੱਟਦਾ ਹੈ, ਉਸ ਦੇ ਸਾਹਮਣੇ ਪ੍ਰਗਟ ਹੁੰਦਾ ਹੈ ਅਤੇ ਉਸਨੂੰ ਚੌਥੇ ਪਦ ਵਿੱਚ ਲੈ ਜਾਂਦਾ ਹੈ। ਕਰ ਕਿਰਪਾ ਜਿਸ ਆਪਨੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ। ਜਦੋਂ ਇਹ ਹਉਮੈ ਦਾ ਪਰਦਾ ਦੂਰ ਹੁੰਦਾ ਹੈ, ਫਿਰ ਪਰਮਾਤਮਾ ਉਸਨੂੰ ਗੁਰਮੁਖ ਸਾਜਦਾ ਹੈ। ਜਿਸੈ ਨਿਵਾਜੈ ਗੁਰਮੁਖ ਸਾਜੈ। ਜਦੋਂ ਗੁਰਮੁਖ ਸਾਜਦਾ ਹੈ, ਫਿਰ ਉਹ ਗੁਰਬਾਣੀ ਦੀ ਇਹਨਾਂ ਅੱਖਰਾਂ ਦੀ ਵੀ ਵਿਚਾਰ ਸਾਨੂੰ ਦੱਸਦਾ ਹੈ ਕਿ ਇਹ ਅੱਖਰ ਕਿਹੜਾ ਭੇਦ ਦੇ ਰਹੇ ਨੇ। ਗੁਰਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਵੈ। ਫਿਰ ਉਹ ਗੁਰਮੁਖ ਗੁਰਬਾਣੀ ਦੀ ਉਹ ਵਿਚਾਰ ਕਰਦੇ ਨੇ ਜਿਹੜੀ ਵਿਚਾਰ ਭਗਤ ਜਨਾਂ ਗੁਰਮੁਖਾਂ ਨੇ ਕੀਤੀ ਹੈ। ਕਿਹੜੀ ਵਿਚਾਰ? ਕਿਉਂਕਿ ਜਿਹੜੀ ਗੁਰਬਾਣੀ ਲਿਖੀ ਗਈ ਹੈ ਉਹ ਇਸ ਪਦ 'ਤੇ ਬੈਠ ਕੇ ਲਿਖੀ ਗਈ ਹੈ। ਕਿਉਂ? ਕਿਉਂਕਿ ਉਹਨਾਂ ਨੇ ਸਾਹਮਣੇ ਪਰਮਾਤਮਾ ਨੂੰ ਦੇਖਿਆ, ਇਹ ਪਰਦਾ ਖਤਮ ਹੋਇਆ, ਸਾਹਮਣੇ ਪਰਮਾਤਮਾ ਨੂੰ ਦੇਖਿਆ, ਅਤੇ ਫਿਰ ਉਸ ਪਰਮਾਤਮਾ ਦਾ ਗਿਆਨ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਸਾਨੂੰ ਗਿਆਨ ਦਿੱਤਾ। ਅਤੇ ਇਸ ਅਵਸਥਾ 'ਤੇ ਪਹੁੰਚੇ ਹੋਏ ਜੀਵ ਦਾ ਜੇਕਰ ਅਸੀਂ ਸੰਗ ਕਰਾਂਗੇ, ਤਾਂ ਹੀ ਅਸੀਂ ਇਹਨਾਂ ਅੱਖਰਾਂ ਨੂੰ ਅਤੇ ਇਸ ਨਾਮ ਨੂੰ ਸਮਝ ਪਾਵਾਂਗੇ, ਜਿਸ ਦੇ ਬਾਰੇ ਗੁਰਬਾਣੀ ਗੁਰੂ ਸਾਨੂੰ ਸਮਝਾਉਣਾ ਕਰ ਰਹੀ ਹੈ। ਐਸੀ ਮਨਮੁਖ
ਇਹ ਅਵਸਥਾ ਹੈ ਗੁਰਮੁਖ। ਤੇ ਸਾਨੂੰ ਇਹਨਾਂ ਤਿੰਨੋਂ ਅਵਸਥਾ ਨੂੰ ਪਾਰ ਕਰਕੇ ਇਸ ਅਵਸਥਾ ਤੱਕ ਪਹੁੰਚਣਾ ਹੈ। ਇਸ ਪਰਦੇ ਨੂੰ ਖੋਲ੍ਹਣਾ ਹੈ। ਕਿਸ ਦਾ ਸੰਗ ਕਰਕੇ? ਇਹਨਾਂ ਗੁਰਮੁਖਾਂ ਦਾ ਸੰਗ ਕਰਕੇ। ਇਤਨੀ ਕੀ ਵਿਚਾਰ ਕਰਦੇ ਹੋਏ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਬਖਸ਼ ਲੈਣਾ ਜੀ। ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।